ਦੋਸਤੋ ਅਮਰੀਕਾ ਦੇ ਵਿਜ਼ਿਟ ਵੀਜ਼ੇ ਦੇ ਇੰਟਰਵਿਊ 'ਚ ਜਿਹੜਾ ਵੀਜ਼ਾ ਅਫਸਰ ਹੈ ਉਹਨੇ ਸਿਰਫ ਤੁਹਾਡੇ ਵਿੱਚ ਤਿੰਨ ਚੀਜ਼ਾਂ ਦੇਖਣੀਆਂ ਨੇ। ਤਿੰਨ ਚੀਜ਼ਾਂ ਤੇ ਤੁਸੀਂ ਉਹਨੂੰ ਮੁਤਮਿਨ ਕਰਨਾ ਹੈ। ਪਹਿਲੀ ਚੀਜ਼ ਕਿ ਤੁਹਾਡਾ ਅਮਰੀਕਾ ਜਾਣ ਦੀ ਵਜ੍ਹਾ ਕੀ ਹੈ, ਕੀ ਮਜ਼ਬੂਤ ਵਜ੍ਹਾ ਹੈ, ਕੀ ਟਰੈਵਲ ਪਲਾਨ ਹੈ, ਉਹ ਬਹੁਤ ਹੀ ਯੂਨੀਕ, ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਨੰਬਰ 2, ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅਮਰੀਕਾ ਤੋਂ ਵਾਪਸ ਆਪਣੇ ਮੁਲਕ ਲੈ ਕੇ ਆਏਗੀ। ਨੰਬਰ 3, ਤੁਹਾਡੀ ਟਰੈਵਲ ਹਿਸਟਰੀ। ਤਿੰਨੇ ਚੀਜ਼ਾਂ ਖੋਲ ਕੇ ਅੱਜ ਇਸ ਵੀਡੀਓ 'ਚ ਦੱਸਾਂਗਾ। ਪਹਿਲੀ ਚੀਜ਼ ਕਿ ਤੁਹਾਡਾ ਟਰੈਵਲ ਪਲਾਨ। ਹੁਣ ਅਸੀਂ ਲੋਕ ਕੀ ਕਰਨੇ ਆ, ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਨਿਊਯਾਰਕ ਜਾ ਰਹੇ, ਬਸ ਯਕੀਨ ਕਰੋ ਮੇਰੇ ਕੋਲ 98% ਲੋਕ ਜਿਹੜੇ ਆਉਂਦੇ ਨੇ ਉਹਦਾ ਟਰੈਵਲ ਪਲਾਨ ਸਿਰਫ ਨਿਊਯਾਰਕ ਹੁੰਦਾ ਹੈ। ਹੁਣ ਨਿਊਯਾਰਕ ਦਾ ਮਸਲਾ ਸੁਣ ਲਓ, ਉਹਨੂੰ ਵੀ ਪਤਾ ਕਿ ਇਹਨਾਂ ਨੂੰ ਸਿਰਫ ਨਿਊਯਾਰਕ ਦਾ ਪਤਾ ਹੈ। ਹੁਣ ਤੁਸੀਂ ਟੂਰਿਸਟ ਹੋ, ਤੁਸੀਂ ਵਾਕਈ ਸੈਰ ਕਰਨ ਜਾ ਰਹੇ ਹੋ, ਲੇਕਿਨ ਉਹ ਸਸਪੈਕਟ ਕਰ ਲੈਂਦਾ ਕਿ ਹਰ ਬੰਦਾ ਨਿਊਯਾਰਕ ਲਈ ਜਾ ਰਿਹਾ। ਦੂਸਰੀ ਚੀਜ਼ ਯਾਦ ਰੱਖੋ, ਨਿਊਯਾਰਕ ਦੇ ਉੱਤੇ ਥੋੜੀ ਸਟੱਡੀ ਵੀ ਕਰੋ। ਨਿਊਯਾਰਕ ਇੱਕ ਬਿਜ਼ਨਸ ਹੱਬ ਹੈ, ਇੱਕ ਰੈਸ਼ ਦੀ ਜਗ੍ਹਾ। ਲੋਕ ਉੱਥੇ ਰਹਿੰਦੇ ਨੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ, ਕਿਉਂਕਿ ਉੱਥੇ ਜੌਬਾਂ ਨੇ, ਬਿਜ਼ਨਸ ਹੈ। ਪੂਰੀ ਦੁਨੀਆ ਤੋਂ ਲੋਕ ਬਿਜ਼ਨਸਮੈਨ ਉੱਥੇ ਆਉਂਦੇ ਨੇ। ਉੱਥੇ ਪੂਰੀ ਦੁਨੀਆ ਦੀਆਂ ਕੰਪਨੀਆਂ ਦੇ ਆਫਿਸਿਸ ਨੇ। ਉੱਥੇ ਜਨਾਬ ਸਟਾਕ ਐਕਸਚੇਂਜ, ਹਰ ਦੁਨੀਆ ਦੀ ਚੀਜ਼ ਉੱਥੇ। ਲੋਕੀ ਉੱਥੇ ਜ਼ਿੰਦਗੀ ਬਣਾਉਣ ਜਾਂਦੇ ਨੇ। ਉੱਥੇ ਕਨਸਰਟਸ ਹੁੰਦੇ ਨੇ, ਸਪੋਰਟਸ ਇਵੈਂਟ ਹੁੰਦੇ ਨੇ, ਲੋਕੀ ਉਹ ਦੇਖਣ ਜਾਂਦੇ ਨੇ। ਜਿਹੜਾ ਪਿਓਰ ਟੂਰਿਸਟ ਹੈ ਉਹ ਸਿਰਫ ਉਹਨੂੰ ਟੱਚ ਕਰਦਾ ਹੈ, ਜਾਂ ਉਹ ਵੀ ਨਹੀਂ ਕਰਦਾ, ਉਹ ਅੱਗੇ ਨਿਕਲ ਜਾਂਦਾ। ਉਹ ਕਹਿੰਦਾ ਨਹੀਂ ਯਾਰ ਇੱਥੇ ਮੈਂ ਕੀ ਕਰਨਾ, ਇੱਥੇ ਉਹੀ ਹੈ, ਬਸ ਉਹੀ। ਤੁਸੀਂ ਫਿਰ ਸਪੈਸ਼ਲੀ ਲਿਖਦੇ ਹੁੰਦੇ ਟਾਈਮ ਸਕੁਏਅਰ, ਸੈਂਟਰਲ ਪਾਰਕ, ਉਹ ਸਾਰਾ ਕੁਝ ਨਾਲ ਹੀ ਹੈਗਾ। ਉਹ ਦੇਖਦਾ ਯਾਰ ਮਹੀਨਾ ਇਹਨੇ ਮੈਨੂੰ ਕਿਹਾ ਮੈਂ ਜਾ ਰਿਹਾ ਵਾਂ, ਇਹਨੇ $1000 ਖਰਚਣੇ ਨੇ, ਔਰ ਉੱਥੇ ਸਿਰਫ ਇਹ 2 ਗਲੀਆਂ ਦੇਖਣ ਵਾਸਤੇ ਜਾ ਰਿਹਾ। ਉਹ ਤੁਸੀਂ ਉਹ ਤੁਹਾਡਾ ਉੱਥੇ ਹੀ ਤੁਹਾਡੇ ਪੁਆਇੰਟ ਜਿਹੜੇ ਨੇ ਉਹ ਨੈਗੇਟਿਵ 'ਚ ਚਲੇ ਜਾਂਦੇ ਨੇ। ਇਸ ਵਾਸਤੇ ਯੂਨੀਕ ਬਣਾਓ। ਮੈਂ ਬਹੁਤ ਦੱਸ ਚੁੱਕਿਆ ਵਾਂ ਪਹਿਲੇ ਵੀ। ਅਲਾਸਕਾ ਬਣਾਓ। ਅਲਾਸਕਾ ਦੇਖਣ ਵਾਲੀ ਜਗ੍ਹਾ। ਅਮਰੀਕਾ ਦੇ ਵਿੱਚ ਅਗਰ ਤੁਸੀਂ ਐਜ਼ ਏ ਟੂਰਿਸਟ ਆ ਰਹੇ ਹੋ ਤੇ ਅਲਾਸਕਾ ਨੂੰ ਆਪਣੀ ਲਿਸਟ 'ਚ ਰੱਖੋ, ਜਿੱਥੇ ਪੂਰਾ ਅਮਰੀਕਾ ਜਾਂਦਾ ਹੈ। ਦੇਖਣ ਵਾਲੀ ਜਗ੍ਹਾ, ਯੂਨੀਕ ਜਗ੍ਹਾ ਨਾ। ਹਵਾਈ ਜਾਓ। ਉਸ ਤੋਂ ਬਾਅਦ ਜਨਾਬ ਫਲੋਰੀਡਾ ਜਾਓ, ਅਗਰ ਸਰਦੀਆਂ 'ਚ ਆ ਰਹੇ ਹੋ। ਗਰਮੀਆਂ 'ਚ ਨਾ ਫਲੋਰੀਡਾ ਲਿਖ ਦੇਣਾ, ਉਹ ਵੀ ਉਹਨੇ ਨੈਗੇਟਿਵ ਕਰ ਦੇਣਾ ਕਿ ਵੀ ਗਰਮੀਆਂ 'ਚ ਫਲੋਰੀਡਾ ਕੌਣ ਜਾਂਦਾ ਹੈ। ਸ਼ਿਕਾਗੋ ਪਾਓ, ਤਾਰੀਖੀ ਸ਼ਹਿਰ ਹੈ। ਨਿਆਗਰਾ ਫਾਲ ਪਾਓ। ਅਗਰ ਨਿਊਯਾਰਕ ਪਾਉਣਾ ਤੇ ਨਾਲ ਨਿਆਗਰਾ ਫਾਲ ਲਾਜ਼ਮੀ ਹੋਣਾ ਚਾਹੀਦਾ, ਔਰ ਜਾਣਾ ਵੀ ਚਾਹੀਦਾ। ਇੰਨੀ ਦੂਰ ਆਏ ਤਾਂ ਨਿਆਗਰਾ ਫਾਲ ਨਾ ਗਏ ਤੇ ਫਿਰ ਕੀ ਦੇਖਿਆ। ਉਸ ਤੋਂ ਬਾਅਦ ਜਨਾਬ LA ਪਾਓ, ਲਾਸ ਐਂਜਲਸ, ਜਿੱਥੇ ਫਿਲਮਾਂ ਬਣਦੀਆਂ ਨੇ, ਹਾਲੀਵੁੱਡ ਹੈ। ਉਹ ਇਹ ਜਗ੍ਹਾ ਹੈਗੀਆਂ ਨੇ ਜਿੱਥੇ ਪੂਰੀ ਦੁਨੀਆ ਦਾ ਟੂਰਿਸਟ ਅਟਰੈਕਟ ਹੁੰਦਾ ਹੈ ਕਿ ਯਾਰ ਇੱਥੇ ਜਾ ਕੇ ਅਸੀਂ ਇਹ ਚੀਜ਼ਾਂ ਦੇਖੀਏ। ਰੌਕੀ ਮਾਊਂਟੇਨਸ ਨੇ, ਹੋਰ ਬੇਤਹਾਸ਼ਾ ਅਮਰੀਕਾ ਚੀਜ਼ਾਂ ਨੇ। ਸਟੱਡੀ ਕਰਕੇ ਆਪਣਾ ਇੱਕ ਟਰੈਵਲ ਪਲਾਨ ਬਣਾਓ। ਨਿਊਯਾਰਕ ਲਿਖੋਗੇ ਤੇ ਨਿਊਯਾਰਕ ਦਾ ਹਮੇਸ਼ਾ ਨੈਗੇਟਿਵ ਹੀ ਪੁਆਇੰਟ ਰਹਿਣਗੇ। ਇਸ ਵਾਸਤੇ ਇਸ ਪਹਿਲੀ ਚੀਜ਼ ਤੋਂ ਤੁਹਾਡੇ 'ਚ ਦੇਖਦਾ। ਦੂਸਰੀ ਚੀਜ਼ ਤੋਂ ਦੇਖਦਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮਜਬੂਰ ਕਰੇਗੀ, ਨਹੀਂ ਮੈਂ ਬਸ ਅਮਰੀਕਾ ਸੈਰ ਕਰਨੀ ਹੈ ਤੇ ਹੁਣ ਮੈਂ ਵਾਪਸ ਆਪਣੇ ਮੁਲਕ ਜਾਣਾ ਹੈ। ਉਹ ਚੀਜ਼ ਹੈ ਤੁਹਾਡੀ ਆਪਣੇ ਮੁਲਕ 'ਚ ਸਟਰੋਂਗ ਟਾਈਜ਼, ਤੁਹਾਡੀ ਜੌਬ, ਤੁਹਾਡੀ ਨੌਕਰੀ, ਤੁਹਾਡਾ ਬਿਜ਼ਨਸ। ਇਹ 2 ਚੀਜ਼ਾਂ ਨੇ। ਲੇਕਿਨ ਇਹਨਾਂ ਦੋਵਾਂ 'ਚੋਂ ਤੁਹਾਡੀ ਆਮਦਨੀ, ਤੁਸੀਂ ਇਹਨਾਂ 'ਚੋਂ ਪੈਸੇ ਕਿੰਨੇ ਕਮਾਉਂਦੇ ਹੋ, ਅਸਲ ਤੇ ਉਹ ਅਟਰੈਕਸ਼ਨ ਹੈ ਨਾ। ਹੁਣ ਤੁਸੀਂ ਇੱਥੇ ਕਮਾ ਰਹੇ ਹੋ ਲੱਖ 1.5 ਲੱਖ, ਔਰ ਤੁਹਾਨੂੰ ਵੀਜ਼ਾ ਦੇ ਦਿੰਦਾ ਹੈ। ਤੇ ਉੱਥੇ ਦੇ ਜਨਾਬੇ ਵਾਲਾ ਤੁਸੀਂ ਜਦੋਂ ਅਮਰੀਕਾ ਪਹੁੰਚਣਾ ਹੈ ਤੇ ਉੱਥੇ ਲੱਖ ਰੁਪਇਆ ਕਿੰਨਾ ਬਣਦਾ ਹੈ, $300-350। ਪਾਕਿਸਤਾਨ ਦੀ ਗੱਲ ਕਰ ਰਹੇ ਪਹਿਲੇ। $300-350 ਤੇ ਹਿਸਾਬ ਲਾ ਲਓ ਨਾ ਤੁਸੀਂ ਕਿੱਥੇ ਜਾਣਾ ਵਾਪਸ। ਉਹਨੇ ਤਾਂ ਇਹੋ ਹੀ ਸ਼ੱਕ ਕਰਨਾ ਨਾ। ਉਹਨੇ ਕਹਿਣਾ ਜੀ ਇਹ ਬੰਦਾ ਜਿਹੜਾ ਇੱਥੇ ਲੱਖ ਕਮਾ ਰਿਹਾ, 1.5 ਲੱਖ ਕਮਾ ਰਿਹਾ, ਉਹਦੇ ਆਉਣ ਦੇ ਚਾਂਸ ਨਹੀਂ ਹੈਗੇ। ਇਸ ਵਾਸਤੇ ਵੀਜ਼ਾ ਰਿਫਿਊਜ਼। ਉਹ ਦੇਖਦਾ ਕਿ ਜਿਹੜਾ ਇੱਥੇ ਵੈਲ ਆਫ ਹੈ, ਜਿਹਦਾ ਕੋਈ ਐਸਾ ਬਿਜ਼ਨਸ ਹੈ ਜਿਸ 'ਚੋਂ ਅੱਛੀ ਆਮਦਨੀ ਹੋ ਰਹੀ ਹੈ, ਉਹਨੂੰ ਮੈਂ ਵੀਜ਼ਾ ਦੇਵਾਂ ਤਾਂ ਕਿ ਉਹ ਵਾਪਸ ਆਏਗਾ ਆਪਣੇ ਬਿਜ਼ਨਸ ਤੋਂ, ਇੱਕ ਕੰਫਰਟੇਬਲ ਲਾਈਫ ਗੁਜ਼ਾਰਦਾ ਪਿਆ। ਉਸ ਤੋਂ ਬਾਅਦ ਅਗਲੀ ਗੱਲ, ਆਮਦਨੀ ਦੀ ਜਿਹੜੀ ਮਕਦਾਰ, ਯਾਨੀ ਕਿ ਜਿਹੜੀ ਤੁਹਾਡੀ ਸੈਲਰੀ ਹੈ, ਇਨਕਮ ਹੈ, ਜਾਂ ਜਿਹੜਾ ਤੁਹਾਡਾ ਬਿਜ਼ਨਸ ਦੀ ਇਨਕਮ ਹੈ, ਉਹ ਵੀ ਤੇ ਬੜੀ ਮੈਟਰ ਕਰਦੀ ਹੈ। ਹੁਣ 5 ਲੱਖ ਦੀ ਟਿਕਟ ਹੈ, 2 ਲੱਖ ਤੁਸੀਂ ਕਮਾ ਰਹੇ ਹੋ, ਉਹ ਕਹੇਗਾ ਯਾਰ 3 ਮਹੀਨੇ ਦੀ ਤਨਖਾਹ ਤੇ ਤੂੰ ਟਿਕਟ ਤੇ ਲਾਤੀ, ਉੱਥੇ ਜਾ ਕੇ ਤੁਸੀਂ ਹੋਟਲ 'ਚ ਵੀ ਰਹਿਣਾ। ਤੂੰ ਕਹਿੰਦਾ ਮੈਂ ਮਹੀਨੇ ਵਾਸਤੇ ਜਾ ਰਿਹਾ, ਮੈਂ ਮਹੀਨੇ ਦਾ ਹੋਟਲ ਕਿੰਨੇ ਦਾ ਹੋਏਗਾ, ਖਾਣਾ ਪੀਣਾ ਕਿੱਥੋਂ ਹੋਏਗਾ, ਤੂੰ ਸ਼ਾਪਿੰਗ ਵੀ ਕਰੇਗਾ। ਤੇ ਇੱਥੇ ਲੱਖ ਰੁਪਈਆ ਚਾਹੀਦਾ ਤੇ ਆਮਦਨੀ ਤੇਰੀ ਸਾਰੀ 1.5 ਲੱਖ ਹੈ, 2 ਲੱਖ ਹੈ, ਤੇ ਤੈਨੂੰ ਵੀਜ਼ਾ ਮੈਂ ਕਿਸ ਤਰ੍ਹਾਂ ਦੇ ਦੇਵਾਂ। ਪਿੱਛੋਂ ਫੈਮਿਲੀ ਨੂੰ ਕਿਤੇ ਹਵਾਲੇ ਕਰਕੇ ਜਾ ਰਿਹਾ, ਉਹ ਕਿਸ ਨਾਲ ਖਾਣਾ ਖਾਣਗੇ, ਉਹ ਕਿਸ ਨਾਲ ਬਿੱਲ ਪੇ ਕਰਨਗੇ, ਕਿਰਾਇਆ ਕਿਸ ਨਾਲ ਦੇਣਗੇ, ਮੋਰਗੇਜ ਕਿਸ ਨਾਲ ਦੇਣਗੇ, ਕੀ ਕਰਨਗੇ ਉਹ। ਇਹ ਸਾਰੀਆਂ ਚੀਜ਼ਾਂ ਉਹਦੇ ਦੇਸ਼ 'ਚ ਹੁੰਦੀਆਂ ਨੇ। ਉਹ ਬੜੇ ਜ਼ਹੀਨ ਨੇ। ਇਹ ਅਗਰ ਮੇਰੇ ਤੁਹਾਡੇ ਵਰਗੇ ਬੰਦੇ ਦੇ ਜ਼ਿਹਨ 'ਚ ਨੇ ਤੇ ਉਹਨਾਂ ਦੇ ਜ਼ਿਹਨ 'ਚ ਤਾਂ ਪਤਾ ਨਹੀਂ ਹੋਰ ਕੀ ਪੁਆਇੰਟ ਹੁੰਦੇ ਨੇ। ਤੇ ਉਹ ਤੁਹਾਡੀ ਸਟਰੋਂਗ ਟਾਈਜ਼ ਇਹਨੂੰ ਦੇਖਦੇ ਨੇ। ਆਮਦਨੀ ਨੰਬਰ 1 ਹੈਗੀ ਜਿਹਦੇ ਵਿੱਚ ਇਨਕਮ। ਨੰਬਰ 2 ਤੁਹਾਡੇ ਮਾਂ-ਬਾਪ, ਬੱਚੇ। ਫਿਰ ਉਸ ਤੋਂ ਬਾਅਦ ਤੁਹਾਡੀ ਐਸੋਸੀਏਸ਼ਨ ਮੁਖਤਲਿਫ ਕਿਸੇ ਐਸੀ ਪੋਲੀਟੀਕਲ ਹੈ, ਤੁਹਾਡੀ ਸਪੋਰਟਸ ਨਾਲ ਹੈ, ਜਾਂ ਸਮਾਜੀ ਕੋਈ ਵੀ ਹੈ ਕਿ ਜਿੱਥੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਉੱਥੇ ਦੇ ਬੜੇ ਇੱਕ ਪਬਲਿਕ ਫਿਗਰ ਹੋ। ਉਹ ਚੀਜ਼ਾਂ ਨੂੰ ਬੜਾ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਨੂੰ ਤੁਸੀਂ ਉਹਨੂੰ ਸੈਟਿਸਫਾਈ ਕਰਨਾ ਕਿ ਹਾਂ ਬਈ ਮੇਰੀ ਆਮਦਨੀ, ਮੇਰੀ ਸਟਰੋਂਗ ਟਾਈਜ਼ ਨੇ ਆਪਣੇ ਮੁਲਕ 'ਚ, ਮੈਂ ਵਾਪਸ ਆਉਣਾ ਹੀ ਆਉਣਾ। ਤੀਸਰੀ ਚੀਜ਼ ਫਿਰ ਆ ਜਾਂਦੀ ਟਰੈਵਲ ਹਿਸਟਰੀ। ਹੁਣ ਟਰੈਵਲ ਹਿਸਟਰੀ ਦੇ ਵਿੱਚ ਮਸਲਾ ਹੈ ਕਿ ਅਗਰ ਨਹੀਂ ਵੀ ਹੈਗੀ ਨਾ ਤੁਹਾਡੀ, ਤੇ ਪਹਿਲੀਆਂ 2 ਚੀਜ਼ਾਂ ਮਜ਼ਬੂਤ ਨੇ, ਉਹ ਟਰੈਵਲ ਹਿਸਟਰੀ ਨੂੰ ਚੁੱਕ ਕੇ ਪਰੇ ਛੱਡਦਾ। ਉਹ ਕਹਿੰਦਾ ਠੀਕ ਹੈ, ਨਹੀਂ ਹੈਗੀ ਤਾਂ ਨੋ ਪ੍ਰੋਬਲਮ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇਰੀਆਂ 2 ਚੀਜ਼ਾਂ ਮਜ਼ਬੂਤ ਨੇ, ਮੈਂ ਤੈਨੂੰ ਪਹਿਲੀ ਦਫਾ ਅਮਰੀਕਾ ਦਾ ਵੀਜ਼ਾ ਦੇ ਰਿਹਾ। ਯਾਦ ਰੱਖੋ, ਪਹਿਲੀ ਦਫਾ ਵੀ ਅਮਰੀਕਾ ਦਾ ਵੀਜ਼ਾ ਮਿਲਦਾ। ਇਹ ਝੂਠ ਹੈ ਉਹ ਜੀ ਨਵੇਂ ਪਾਸਪੋਰਟ ਤੇ ਨਹੀਂ ਮਿਲਦਾ, ਨਵੇਂ ਬੰਦੇ ਨੂੰ ਨਹੀਂ ਮਿਲਦਾ, ਸਭ ਝੂਠ ਹੈਗਾ। ਇਹਦੇ ਤੇ ਕਦੀ ਯਕੀਨ ਨਾ ਕਰਨਾ। ਟਰੈਵਲ ਹਿਸਟਰੀ ਇੱਕ ਸਟਰੋਂਗ ਸਪੋਰਟਿੰਗ ਚੀਜ਼ ਹੈ, ਸਪੋਰਟ ਕਰਦੀ ਤੁਹਾਨੂੰ, ਲੇਕਿਨ ਇਹ ਨਹੀਂ ਕਿ ਉਹਦੀ ਵਜ੍ਹਾ ਨਾਲ ਹੀ ਵੀਜ਼ਾ ਮਿਲਣਾ ਹੈ। ਇਹ ਗੱਲ ਜ਼ਿਹਨ 'ਚੋਂ ਕੱਢ ਦੇਣਾ। ਦੂਸਰੀ ਗੱਲ, ਇੰਪੋਰਟੈਂਟ ਗੱਲ,
ਕਿ ਤੁਸੀਂ ਟਰੈਵਲ ਹਿਸਟਰੀ ਬਣਾਉਂਦੇ ਹੋ। ਅਕਸਰ ਸਾਡੇ ਲੋਕਾਂ ਦਾ ਆਦਤ ਹੁੰਦੀ ਹੈ ਇੱਥੋਂ ਜੀ ਇੱਕ ਬਣਾਇਆ ਪਲਾਨ, ਇੱਕ ਟਿਕਟ ਲਈਏ, ਸਿੰਗਾਪੁਰ ਚਲੇ ਗਏ, ਉੱਥੋਂ ਥਾਈਲੈਂਡ ਵੜ ਗਏ, ਉੱਥੋਂ ਇੰਡੋਨੇਸ਼ੀਆ, ਮਲੇਸ਼ੀਆ ਤੇ ਇਹ ਜਨਾਬ ਉਹ ਸ੍ਰੀਲੰਕਾ, ਇੱਧਰੋਂ ਹੋ ਕੇ ਵਾਪਸ ਆ ਗਏ, 6 ਮੁਲਕਾਂ ਦੇ ਸਟੈਂਪ ਲੱਗ ਗਏ, ਐਲੋ ਜੀ ਪਾਸਪੋਰਟ ਭਰ ਗਿਆ, ਅਮਰੀਕਾ ਦਾ ਵੀਜ਼ਾ ਅਪਲਾਈ ਕਰਤਾ। ਹੁਣ ਉਹ ਵੀ ਦੇਖ ਰਿਹਾ ਕਿ 15 ਦਿਨਾਂ 'ਚ ਸਾਰੇ ਮੁਲਕ ਕਰਕੇ ਆਇਆ ਤੇ ਆਂਦੀ ਇਹਨੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਔਰ ਮੁਲਕ ਵੀ ਐਸੇ ਜਿੱਥੇ ਇਹਨੇ ਠਹਿਰਨਾ ਨਹੀਂ। ਉਹਨੂੰ ਪਤਾ ਉਹ ਸਾਡੇ ਤੋਂ ਜ਼ਿਆਦਾ ਸਹੀ ਨੇ ਕਿ ਇਹਨੇ ਠਹਿਰਨਾ ਨਹੀਂ ਇੱਥੋਂ ਤੇ ਇਹਨੇ ਸਿਰਫ ਸੈਰ ਕਰਕੇ ਵਾਪਸ ਆਣਾ। ਠਹਿਰਨਾ ਤੇ ਇਹਨੇ ਵੀ ਮੇਰੇ ਮੁਲਕ 'ਚ ਜਿੱਥੇ ਪੈਸਾ, ਜਿੱਥੇ ਪੂਰੀ ਦੁਨੀਆ ਪੈਸੇ ਵਾਸਤੇ ਆਂਦੀ ਹੈ ਤੇ ਉਹਨੂੰ ਤਾਂ ਮੈਨੂੰ ਮੁਤਮਿਨ ਕਰੇਗਾ ਤੇ ਮੈਨੂੰ ਵੀਜ਼ਾ ਦੇਣਾ। ਇਸ ਟਰੈਵਲ ਹਿਸਟਰੀ ਤੇ ਮੈਂ ਮੁਤਮਿਨ ਨਹੀਂ ਹੋਇਆ, ਸਿੱਧੀ ਜਿਹੀ ਗੱਲ ਹੈ। ਤੁਸੀਂ ਦੁਬਈ ਜਾਂਦੇ ਹੋ, ਤੁਸੀਂ ਤੁਰਕੀ ਜਾਂਦੇ ਹੋ, ਇਹ ਸੈਰਾਂ ਵਾਲੀਆਂ ਜਗ੍ਹਾ ਨੇ, ਉੱਥੇ ਠਹਿਰਨ ਵਾਲੀਆਂ ਦੀ ਤਾਦਾਦ ਨਾ ਹੋਣ ਦੇ ਬਰਾਬਰ ਹੁੰਦੀ ਹੈ ਨਾ। ਜਿਹੜੇ ਸੈਰ ਕਰਨ ਜਾ ਰਹੇ, ਇੱਕ ਤਾਂ ਉਂਜਾਈ ਆਪਣਾ ਵਰਕ ਵੀਜ਼ੇ ਤੇ ਤੁਰਕੀ ਜਾਂ ਦੁਬਈ ਰਿਹਾ, ਉਹ ਤੇ ਇੱਕ ਅਲੱਗ ਸਟੋਰੀ ਹੈ। ਸੈਰ ਕਰਨ ਵਾਸਤੇ ਜਿਹੜਾ ਜਾਏਗਾ ਉਹ 99.9% ਮੁਲਕਾਂ 'ਚ ਵਾਪਸ ਹੀ ਆਉਂਦਾ ਹੈ। ਉਹ ਹਾਂ, ਅਗਰ ਜਦੋਂ ਤੁਸੀਂ ਯੂਰਪ ਦੀ ਟਰੈਵਲ ਹਿਸਟਰੀ ਲੈ ਕੇ ਜਾਂਦੇ ਹੋ, ਆਸਟ੍ਰੇਲੀਆ ਕੈਨੇਡਾ ਦੀ ਲੈ ਕੇ ਜਾਂਦੇ ਹੋ, ਫਿਰ ਤੁਹਾਡਾ ਇੱਕ ਪਲੱਸ ਪੁਆਇੰਟ ਹੁੰਦਾ ਕਿ ਹਾਂ ਵੀ ਇਹ ਵੱਡੇ ਮੁਲਕ 'ਚੋਂ ਵਾਪਸ ਆਇਆ, ਇਹ ਵਾਕਈ ਟੂਰਿਸਟ ਹੈਗਾ, ਇਹ ਉੱਥੇ ਠਹਿਰਨ ਵਾਸਤੇ ਨਹੀਂ ਗਿਆ ਸੀ। ਇਹ ਚੀਜ਼ ਬੜੀ ਇੰਪੋਰਟੈਂਟ ਹੈ। ਇਹ ਤਿੰਨ ਚੀਜ਼ਾਂ ਨੂੰ ਜਦੋਂ ਤੁਸੀਂ ਉਹਨੂੰ ਸੈਟੀਸਫਾਈ ਕਰਦੇ ਹੋ ਤੇ ਤੁਹਾਨੂੰ ਵੀਜ਼ਾ ਮਿਲਦਾ ਹੈ। ਬਾਕੀ ਚੌਥੀ ਗੱਲ ਕੋਈ ਨਹੀਂ, ਝੂਠ ਬੋਲ ਕੇ ਮੈਂ ਤੁਹਾਨੂੰ ਖੁਸ਼ ਨਹੀਂ ਕਰਨਾ। ਅਗਰ ਤੁਸੀਂ ਇਹ ਤਿੰਨ ਚੀਜ਼ਾਂ ਤੋਂ ਦੂਰ ਹੋ ਤੇ ਫਿਰ ਵੀਜ਼ੇ ਤੋਂ ਵੀ ਦੂਰ ਹੋ ਜਾਓ। $185 ਜ਼ਾਇਆ ਕਰਨ ਦੀ ਕੋਈ ਜ਼ਰੂਰਤ ਨਹੀਂ। ਸਭ ਤੋਂ ਜ਼ਿਆਦਾ ਅਗਰ ਤੁਸੀਂ ਕਿਸੇ ਚੀਜ਼ ਤੇ ਅਗਰ ਕੰਮ ਕਰਨਾ ਹੈ ਨਾ, ਉਹ ਸਟਰੋਂਗ ਟਾਈਸ ਤੇ ਕਰੋ। ਬਾਕੀ ਦੋ ਚੀਜ਼ਾਂ ਤੇ ਹੋ ਹੀ ਜਾਣਗੀਆਂ, ਉਹ ਕੋਈ ਮਸਲਾ ਨਹੀਂ। ਅਗਰ ਤੀਸਰੀ ਨਹੀਂ ਵੀ ਹੈਗੀ ਤਾਂ ਕੋਈ ਮਸਲਾ ਨਹੀਂ। ਲੇਕਿਨ ਜੇ ਤੁਹਾਡੀ ਆਮਦਨੀ ਨਹੀਂ ਹੈਗੀ ਤੇ ਫਿਰ ਤੁਹਾਡੇ ਵਾਸਤੇ ਬੜਾ ਮੁਸ਼ਕਲ ਹੈ ਅਮਰੀਕਾ ਸੈਰ ਕਰਨ ਆਉਣਾ। ਥੈਂਕ ਯੂ ਸੋ ਮਚ।